बहुत ही प्यारे विद्यार्थियों, ਆਪਾਂ ਪਿਛਲੇ ਸਾਲਾਂ ਦੇ ਪੇਪਰਾਂ ਨੂੰ ਲਗਾਤਾਰ ਡਿਸਕਸ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ 2012 ਵਾਲਾ ਪੇਪਰ ਡਿਸਕਸ ਕੀਤਾ ਸੀ ਐਸਐਸ ਵਿਸ਼ਾ। ਇਸ ਵਾਰ ਅੱਜ ਆਪਾਂ 2013 ਵਾਲਾ ਪੇਪਰ ਡਿਸਕਸ ਕਰਾਂਗੇ। ਪਿਛਲੇ ਸਾਲਾਂ ਦੇ ਪੇਪਰ ਤੁਹਾਡੇ ਲਈ ਬੜੇ ਮਹੱਤਵਪੂਰਨ ਹਨ, ਕਿਉਂਕਿ ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਸਾਨੂੰ ਪੇਪਰ ਦੇ ਵਿੱਚ ਆਉਣੇ ਨੇ ਤੇ ਉਸ ਢੰਗ ਨਾਲ ਤੁਸੀਂ ਤਿਆਰੀ ਆਪਦੀ ਰੀਸ਼ਡਿਊਲ ਕਰ ਸਕਦੇ ਹੋ। ਸਾਰੇ ਪੇਪਰਾਂ ਨੂੰ ਦੇਖਣ ਦੇ ਲਈ ਤੇ ਐਸਐਸ ਵਿਸ਼ੇ ਨਾਲ ਸੰਬੰਧਿਤ ਮੁਕੰਮਲ ਤਿਆਰੀ ਲਈ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮਹੱਤਵਪੂਰਨ ਵੀਡੀਓਜ਼ ਆਉਣ ਉਹ ਤੁਹਾਨੂੰ ਮਿਲ ਸਕਣ। ਅੱਜ ਆਪਾਂ 2013 ਦੇ ਪੇਪਰ ਨੂੰ ਡਿਸਕਸ ਕਰਾਂਗੇ। ਇਹਦੇ ਵਿੱਚ ਦੇਖੋ 180 ਅੰਕਾਂ ਦਾ ਪ੍ਰਸ਼ਨ ਹੈ, ਪੇਪਰ ਹੈ। ਇਹ ਸਮਾਂ 3 ਘੰਟੇ ਹੈ। ਉੱਥੇ ਤੁਸੀਂ ਸਭ ਤੋਂ ਜਿਹੜੀ ਵੱਧ ਗੱਲ ਧਿਆਨ ਦੇਣਾ ਹੈ, ਮੈਂਟਲ ਐਬਿਲਿਟੀ ਦੇ ਲਈ 2 ਘੰਟੇ ਹੈ ਤੇ ਬਾਕੀ ਸਮਾਂ ਤੁਹਾਡੇ ਸੈਟ ਦੇ ਪੇਪਰ ਲਈ ਹੈ। ਤਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਟਾਈਮ ਮੈਨੇਜਮੈਂਟ ਤੁਹਾਡੀ ਸਹੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਤੁਸੀਂ ਪਹਿਲਾਂ ਔਖੇ ਪ੍ਰਸ਼ਨਾਂ ਦੇ ਉੱਤੇ ਹੀ ਅੜ ਜਾਵੋ ਤੇ ਪਿੱਛੇ ਜਿਹੜੇ ਪ੍ਰਸ਼ਨ ਸੌਖੇ ਹੋਣ ਉਹ ਤੁਹਾਡੇ ਤੋਂ ਹੱਲ ਹੋਣੋਂ ਰਹਿ ਜਾਣ। ਇੱਕ ਵਾਰ ਸਾਰੇ ਪੇਪਰ ਤੇ ਨਿਗਾਹ ਮਾਰਨੀ ਹੈ। ਜਿਹੜੇ ਪ੍ਰਸ਼ਨ ਤੁਹਾਨੂੰ ਆਉਂਦੇ ਹੈ ਉਹਨਾਂ ਨੂੰ ਫਟਾਫਟ ਕਰਦੇ ਜਾਣਾ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਸਰਕਲ ਕਰਦੇ ਜਾਓ। ਤਾਂ ਦੂਸਰੇ ਰਾਊਂਡ ਦੇ ਵਿੱਚ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਵਾਰ-ਵਾਰ ਚੱਕਣਾ ਹੈ ਤੇ ਜਿਹੜੇ ਤੁਹਾਨੂੰ ਦੂਸਰੇ ਰਾਊਂਡ ਦੇ ਵਿੱਚ ਆਉਣ ਉਹਨਾਂ ਨੂੰ ਕਰਦੇ ਜਾਣਾ ਹੈ। ਇਹ ਸਾਰੀ ਬੇਟਾ ਮੈਂਟਲ ਐਬਿਲਿਟੀ ਹੈ। ਇਹ ਪੇਪਰ ਤੁਸੀਂ ਹੱਲ ਕਰਨਾ ਹੈ। ਇੰਗਲਿਸ਼ ਤੁਹਾਨੂੰ ਨਹੀਂ ਆਉਣੀ, ਇਸ ਕਰਕੇ ਇਹਦੀ ਤਿਆਰੀ ਨਹੀਂ ਕਰਨੀ। ਸਕੂਲ ਐਗਜ਼ਾਮ ਲਈ ਕਰਨੀ ਹੈ, NTSC ਲਈ ਇੰਗਲਿਸ਼ ਦੀ ਤਿਆਰੀ ਨਹੀਂ ਕਰਨੀ। ਇੱਥੋਂ ਬੇਟਾ 91 ਤੋਂ ਹੈਗਾ ਆਪਣਾ ਪ੍ਰਸ਼ਨ ਪਹਿਲਾ SST ਦਾ। ਕੀ ਹੈ ਪ੍ਰਸ਼ਨ? ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਦੇ ਵਿੱਚੋਂ ਜਿਹੜੀ ਕਰਕ ਰੇਖਾ ਉਹ ਨਹੀਂ ਗੁਜ਼ਰਦੀ? ਕਰਨਾਟਕ ਹੈ ਬੇਟਾ ਇੱਕ ਅਜਿਹੀ ਸਟੇਟ ਜਿੱਥੋਂ ਕਰਕ ਰੇਖਾ ਨਹੀਂ ਲੰਘਦੀ, ਇਸ ਕਰਕੇ ਆਪਾਂ ਨੂੰ ਟਿਕ ਕਰਾਂਗੇ। ਤੀਜੀ ਆਪਸ਼ਨ ਇਹਦਾ ਸਹੀ ਆਨਸਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਦਰਿਆ ਅਰਬ ਸਾਗਰ ਵਿੱਚ ਡਿੱਗਦਾ ਹੈ? ਬੇਟਾ ਮਹਾਨਦੀ, ਗੰਗਾ, ਬ੍ਰਹਮਪੁੱਤਰ, ਇਹ ਤਿੰਨੇ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਨੇ। ਜਿਹੜੀ ਨਰਮਦਾ ਨਦੀ ਹੈ ਇਹ ਅਰਬ ਸਾਗਰ ਦੇ ਵਿੱਚ ਡਿੱਗਦੀ ਹੈ, ਇਸ ਕਰਕੇ ਆਪਾਂ ਇਹਨੂੰ ਟਿਕ ਕਰਾਂਗੇ। ਅਗਲਾ ਪ੍ਰਸ਼ਨ ਹੈ, ਗੋਆ ਦੇ ਦੱਖਣ ਵਿੱਚ ਪੱਛਮੀ ਤੱਟ ਦੀ ਪੱਟੀ ਨੂੰ ਕੀ ਕਿਹਾ ਜਾਂਦਾ ਹੈ? ਗੋਆ ਦੇ ਦੱਖਣ ਵਿੱਚ, ਜਿੱਥੇ ਬੇਟਾ ਗੋਆ ਦੀ ਹੱਦ ਖਤਮ ਹੁੰਦੀ ਹੈ ਉਸ ਤੋਂ ਅਗਲਾ ਜਿਹੜਾ ਤੱਟ ਸ਼ੁਰੂ ਹੁੰਦਾ ਹੈ ਉਹ ਕੋਂਕਣ ਤੱਟ ਹੈ। ਕਿਹੜਾ ਤੱਟ ਹੈ? ਕੋਂਕਣ ਤੱਟ। ਧਿਆਨ ਨਾਲ ਉੱਤਰ ਦੇਣਾ ਇਹਦਾ। ਅੱਗੇ ਪ੍ਰਸ਼ਨ ਆਉਂਦਾ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਉਗਾਉਣ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ? ਇਹਦਾ ਉੱਤਰ ਹੈ ਚਾਵਲ। ਝੋਨੇ ਨੂੰ ਜਿਹੜਾ ਜ਼ਿਆਦਾ ਪਾਣੀ ਆਪਾਂ ਲਾਉਣੇ ਹੈ, ਤੁਹਾਨੂੰ ਵੀ ਪਤਾ ਹੈ, ਇਸ ਕਰਕੇ ਇਹਦਾ ਉੱਤਰ ਹੈ ਚਾਵਲ। ਅਗਲਾ ਪ੍ਰਸ਼ਨ ਹੈ 95 ਨੰਬਰ ਪ੍ਰਸ਼ਨ, ਜਵਾਰ ਭਾਟਾ ਮੁੱਖ ਤੌਰ ਤੇ ਹੇਠ ਲਿਖੇ ਕਾਰਨ ਕਰਕੇ ਆਉਂਦਾ ਹੈ। ਕੀ ਕਾਰਨ ਹੈ ਬੇਟਾ ਜਵਾਰ ਭਾਟਾ ਆਉਣ ਦਾ? ਸੂਰਜ ਅਤੇ ਚੰਦਰਮਾ ਦੀ ਗੁਰੂਤਾ ਖਿੱਚ, ਇਹ ਕਾਰਨ ਬਣਦੀ ਹੈ ਜਵਾਰ ਭਾਟੇ ਦਾ। ਤੀਸਰਾ ਉੱਤਰ ਇਹਦਾ ਸਹੀ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਮਿੱਟੀ ਨੂੰ ਰੇਗਰ ਮਿੱਟੀ ਕਿਹਾ ਜਾਂਦਾ ਹੈ? ਕਿਹੜੀ ਮਿੱਟੀ ਨੂੰ ਕਿਹਾ ਜਾਂਦਾ ਬੇਟਾ? ਕਾਲੀ ਮਿੱਟੀ ਨੂੰ। ਤੇ ਕਾਲੀ ਮਿੱਟੀ ਕਿੱਥੇ ਪਾਈ ਜਾਂਦੀ ਹੈ? ਮਹਾਰਾਸ਼ਟਰ ਦੇ ਵਿੱਚ। ਉੱਥੇ ਕਿਹੜੀ ਫਸਲ ਸਭ ਤੋਂ ਵੱਧ ਹੁੰਦੀ ਹੈ? ਕਪਾਹ। ਕਾਲੀ ਮਿੱਟੀ ਕਪਾਹ ਲਈ ਚੰਗੀ ਹੈ, ਇਹਨੂੰ ਰੇਗਰ ਮਿੱਟੀ ਵੀ ਕਹਿੰਦੇ ਹੈ, ਜਿਹੜੀ ਕਿ ਮਹਾਰਾਸ਼ਟਰ ਦੇ ਵਿੱਚ
पाई जाती है। अगला प्रश्न है, हेठ लिखियां विचों किहड़ी कॉफी की किस्म नहीं है? इन्हां दे विच अरेबिका, रोबस्टा, लाइबेरिका, ਇਹ ਤਿੰਨਾਂ बेटा कॉफी ਦੀਆਂ किस्मां ਹਨ, पर ਜਿਹੜੀ ब्रिटानिका है वो कॉफी की किस्म नहीं है। इसमें ਆਪਾਂ ਟਿਕ ਕਰਾਂਗੇ। अगले बेटा आउंदा प्रश्न 98, अक्षांश की लगभग किस डिग्री ते न्यू फाउंडलैंड के नेड़े गल्फ स्ट्रीम मतलब गर्म पानी की धारा ਅਤੇ ਲੈਬਰਾਡੋਰ ठंडे पानी की धारा आपस ਦੇ ਵਿੱਚ ਮਿਲਦੀਆਂ ਹਨ? बेटा उत्तर ਦੇ ਵਿੱਚ ਨੇ ਇਹ 45 डिग्री ਤੇ। ਆ ਦੇਖੋ ਸੇਮ ਉੱਤਰ ਲਿਖੇ ਹੋਏ ਹੈ ਨਾ, 45 डिग्री ਦੱਖਣ ਲਿਖਿਆ ਹੋਇਆ ਹੈ। ਇਹ ਭੁਲੇਖਾ ਪਾਉਣ ਦੇ ਲਈ ਹੈ, ਤੁਸੀਂ ਉੱਤਰ ਨੂੰ ਧਿਆਨ ਦੇ ਵਿੱਚ ਰੱਖਣਾ ਹੈ। अगला प्रश्न है बेटा 99, चूने का पत्थर मुख तौर पर किहड़े उद्योग में वरत्या जाता है? ये बेटा सीमेंट के वरत्या जाता है चूने का पत्थर, इस करके आप दूजी ऑप्शन टिक करांगे। संसार का सब तो बड़ा डेल्टा किहड़ा है? सब तो बड़ा डेल्टा सुंदरबन, पश्चिमी बंगाल वाली साइड है, सुंदरबन डेल्टा सब तो बड़ा डेल्टा है। गुरु नानक देव जी के पिता जी का कारोबार की सी? की काम करते सी? वो पटवारी सन। उन्होंने पिता का की नाम सी? मेहता कालू। माता का नाम की सी? तृप्ता। पिता जी पटवारी सन। मंजी प्रथा किस गुरु साहिबान जी ने शुरू की थी? पहले गुरु सी गुरु नानक देव जी, दूजे गुरु श्री गुरु अंगद देव जी, तीजे गुरु श्री गुरु अमरदास जी। उन्होंने द्वारा मंजी प्रथा शुरू की गई सी। प्रोटेस्टेंटवाद किस धर्म की शाखा सी? हिंदू की भी नहीं, मुस्लिम भी नहीं, सिख भी नहीं, यह ईसाई धर्म की शाखा सी। कोलंबस किस देश का निवासी सी? कित्थों का रहने वाला सी? वो बेटा इटली का रहने वाला सी। उन्हें इटली में टिक करना है। इटली पहली ऑप्शन है, उत्तर सही उत्तर है। कमेंट इटली। कोलंबस ने 1492 के अमरीका की खोज की सी, वो इटली का रहने वाला सी। दूजा विश्व युद्ध डैश और डैश विचकार लड़िया गया सी? इसकी पहली ऑप्शन सही है। एक पासे सी जर्मनी, जापान ते इटली। जर्मनी के नाजीवाद होया है, इटली के फासीवाद सी, उन्होंने नेता मुसोलिनी सी, इन्हों के नाल जापान सी। दूजे पासे इंग्लैंड, फ्रांस, ब्रिटेन, फ्रांस, सोवियत यूनीयन जिन्होंने आप रूस कहने ते यूनाइटेड स्टेट्स। ये चारे देश एक पासे सी। पहली ऑप्शन यदि सही उत्तर है। अगे बेटा है 106 नंबर प्रश्न, यूनानी इतिहासकारों ने पंजाब का नाम यूनानी भाषा में की दिता? की कहते सी? वो पेंटापोटामिया, मतलब पेंटा का मतलब 5, पोटामिया मतलब दरिया। पेंटापोटामिया 5 दरियावां की धरती। अगे बेटा है 107 नंबर प्रश्न, वर्नाकुलर प्रेस एक्ट का मूल आदेश की सी? वर्नाकुलर प्रेस एक्ट का मूल आदेश की सी? ये बेटा कानून 1878 ਦੇ ਵਿੱਚ ਲਾਰਡ ਲਿਟਨ ਨੇ ਪਾਸ ਕਰਵਾਇਆ ਸੀ। ਇਹਦੇ ਵਿੱਚ ਕੀ ਸੀ ਵੀ ਕਿਸੇ ਵੀ ਸੰਪਾਦਕ ਨੂੰ ਮੈਜਿਸਟ੍ਰੇਟ ਜਾਂ ਕਮਿਸ਼ਨਰ ਬੁਲਾ ਸਕਦਾ ਹੈ। ਇਹਦਾ ਮਕਸਦ ਕੀ ਸੀ ਵੀ ਜਿਹੜੇ ਭਾਰਤੀ ਅਖਬਾਰ ਹੈ ਉਹ ਅੰਗਰੇਜ਼ਾਂ ਦੇ ਵਿਰੁੱਧ ਕੁਝ ਲਿਖ ਨਾ ਸਕਣ, ਉਹਨਾਂ ਦੀ ਆਲੋਚਨਾ ਨਾ ਕਰ ਸਕਣ, ਤੇ ਇਹ ਨਾ ਹੋਵੇ ਕਿ ਲੋਕ ਜਾਗਰਤ ਹੋ ਸਕਣ। ਇਹਦਾ ਉੱਤਰ ਫਿਰ ਕੀ ਬਣਿਆ? ਰਿਪੋਰਟਾਂ ਅਤੇ ਸੰਪਾਦਕੀ ਲੇਖਾਂ ਦਾ ਵਰਨਾਕੂਲਰ ਪ੍ਰੈਸ ਨਿਯਮ ਦਾ ਨਿਰੀਖਣ ਕਰਨਾ, ਉਹਦੇ ਅੰਡਰ ਕਰ ਰਹੇ ਸੀ ਇਹਨਾਂ ਨੂੰ। पहली ऑप्शन इसका सही उत्तर है। अगे बेटा बुक आ गया, कदमबरी किसने लिखी?
बण भट्टा पहला ऑप्शन इसका सही उत्तर है। दूजा है गार्डन मिट्टी का सिद्धांत किसने दिता? एबनीजर हैवर्ड ने। पहली ऑप्शन इसका उत्तर है। अगे है स्टीम इंजन की खोज किसने की थी? जेम्स वाट ने। भारतीय संविधान दे विच किन्ने अनुच्छेद हैं? 395 अनुच्छेद है बेटा। 12 अनुसूचियां पहले 8 होंदियां सी, 4 ਨੂੰ संविधानक सोधां द्वारा ਵਧਾਇਆ गया, कुल कितनियां हो गई? 12। तो इसका उत्तर किहड़ा हो गया? 395 अनुच्छेद। ठीक है। हेठ लिखिया विचों किहड़ा काम विधान पालिका नाल संबंधित नहीं है? लैजिसलेचर नाल संबंधित नहीं है। देखो कानून बनाना भी ਉਹਦਾ ਕੰਮ है, संविधान च की सोध करनी है तां भी विधान पालिका राਹੀਂ होगी, बजट के उत्ते ਉਹਦਾ कंट्रोल ਹੁੰਦਾ है, पर ਜਿਹੜੀ एडमिनिस्ट्रेशन चलाउणी है, प्रशासन चलाउणा है, वो काम है कार्यपालिका का, इसलिए यह काम विधान पालिका का नहीं है। तीजा उत्तर इसका सही उत्तर है। अगे है भारतीय संघात्मक ढांचे विच बकाया शक्तियां या बचियां शक्तियां किस कोल हन? 3 तरह दी लिस्ट है, संघ सूची, राज सूची ते समवर्ती सूची। संघ सूची दे विच कानून किहने बनाउणा हुंदा है? केंद्र ने। समवर्ती दे विच दोने बना सकते हैं, केंद्र ते राज, पर राज की सूची दे विच कल्ले राज ने कानून बनाउणा हुंदा है। इन्हां तिन्नां तो बिना जिहड़े भी काम कोई रह गए उन्हां नूं बचियां खुचियां शक्तियां कहंदे आ। ਤਾਂ ਉਹਦੇ ਉੱਤੇ ਕੰਮ ਕਰਨ ਦਾ ਜਿਹੜਾ ਹੈਗਾ ਅਧਿਕਾਰ ਉਹ ਕੇਂਦਰ ਸਰਕਾਰ ਕੋਲ ਹੈ। ਤੇ ਇਹਦਾ ਉੱਤਰ ਕੀ ਹੈ? ਕੇਂਦਰ ਸਰਕਾਰ। ਰਾਜਪਾਲ ਨੂੰ ਤਨਖਾਹ ਦੇ ਭੱਤੇ ਕਿੱਥੋਂ ਮਿਲਦੇ ਨੇ? ਰਾਜ ਦੀ ਸੰਚਿਤ ਨਿਧੀ ਵਿੱਚੋਂ। ਇਹ ਫੰਡ ਹੈ, ਇਹਦੇ ਵਿੱਚੋਂ ਰਾਜਪਾਲ ਨੂੰ ਤਨਖਾਹ ਤੇ ਭੱਤੇ ਦਿੱਤੇ ਜਾਂਦੇ ਹਨ। पहला उत्तर सही है बेटा। विश्व भर में मनुखी अधिकार दिवस कदों मनाया जाता है? ह्यूमन राइट डे। ये 10 दसंबर को मनाया जाता है। 10 दसंबर को याद रखना है। पहला उत्तर इसका सही है। 1954 के भारत ने किस देश नाल पंचशील समझौता किया सी? अपने पंडित जवाहर लाल नेहरू सीगे ते चीन के चाओ इन लाई, उन्होंने दोनों ने शांति व्यवस्था कायम रखने के लिए 5 समझौते किए, जिन्हों पंचशील समझौते कहा जाता है। दूजा उत्तर इसका सही है। भारतीय संविधान अनुसार न्यायिक पुनर्लिखण की शक्ति किस कोल हुंदी है? जुडिशियल रिव्यू, सर्वोच्च अदालत, ये कोल हुंदी है। राज्य सभा का मैंबर बनने लिए घट्टो घट्ट उम्र कितनी होनी चाहिए है? 30 साल बेटा। तो लोक सभा का मैंबर बनने लिए ये उम्र 25 साल होनी चाहिए है। उत्तराखंड, झारखंड ते छत्तीसगढ़ राज्यों की स्थापना का आधार की है? ये किहड़े बेस ते बने सीगे? इन्हां दा आधार सी बेटा खेतरवाद। खेतरवाद करके इन्हां दी स्थापना हुई। भारतीय संविधान अनुसार इन्हां विचों किहड़े समूह लई किसी भी चोणां विच सीटां राखवीआं नहीं हन? अनुसूचित कबीलियां लई हैगियां, अनुसूचित जातां लई हैगियां, औरतां लई हैगियां, पर सरीरक रूप दे विच जिहड़े अपंग है उन्हां दे लई कोई सीट राखवी किते नहीं है। इसलिए तीजा उत्तर सही है। अगे बेटा अर्थशास्त्र। भारत की पहली 5 साला योजना का समा की सी? कदों शुरू हुई योजना अपनी? 1951 के विच। 51 तो 56 5 साल। इस तरह 5-5 साल दी योजनावां चलदियां रहियां। हुण 13वीं 5 साला योजना अपनी चल रही है, पर विच दी एक साल दी योजनावां भी आईयां सीगियां। वो तुसीं साल ध्यान च रखना है, तुहानूं अगे दस्सांगे। सधारण कीमत विच निरंतर अते अधिकतक वाधे नूं सधारण कीमत विच निरंतर अते अधिक वाधे नूं की कहंदे हन? कीमतां 'च लगातार वधना। मुद्रा स्फीति। मुद्रा स्फीति कहंदे बेटे कीमतां दा लगातार वधना।
ਏਕਾਧਿਕਾਰ ਬਾਜ਼ਾਰ ਦੇ ਵਿੱਚ ਔਸਤ ਆਮਦਨ ਅਤੇ ਸਮਾਨਤ ਆਮਦਨ ਦੇ ਵਿੱਚ ਕੀ ਸੰਬੰਧ ਹੈ? ਉੱਥੇ ਔਸਤ ਆਮਦਨ ਹੈ ਜਿਹੜੀ ਉਹ ਸਮਾਨਤ ਆਮਦਨ ਨਾਲੋਂ ਜ਼ਿਆਦਾ ਹੁੰਦੀ ਹੈ। ਇੱਥੇ ਆਪਾਂ ਪਹਿਲਾ ਉੱਤਰ ਸਹੀ ਲਾਵਾਂਗੇ। ਕਮੈਂਟ अगला प्रश्न है बेटा अपना 124 नंबर प्रश्न, डैश उपभोग खर्च ਅਤੇ ਆਮਦਨ ਦਾ ਅਨੁਪਾਤ ਹੈ। ਉਪਭੋਗ ਕੰਸਪਸ਼ਨ ਹੋਗੀ, ਆਮਦਨ ਆਪਣੀ ਇਨਕਮ ਹੋਗੀ। ਇਹਦੇ ਵਿੱਚ ਕੀ ਹੈ? ਕੰਸਪਸ਼ਨ ਬਟੇ ਇਨਕਮ, ਉਪਭੋਗ ਬਟੇ ਆਮਦਨ। ਇਹਨੂੰ ਕੀ ਕਹਿੰਦੇ ਹੈ? ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਹੈ, ਤੁਸੀਂ ਯਾਦ ਰੱਖਣਾ ਹੈ। ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਔਸਤ ਹੈ ਇਹ ਆਪਣੀ ਕੰਸਪਸ਼ਨ ਦੀ, ਕਿਹਦੇ ਨਾਲ? ਆਮਦਨ ਦੇ ਨਾਲ। ਉਹਨੂੰ APC ਕਿਹਾ ਜਾਂਦਾ ਹੈ। ਇਸ ਕਰਕੇ ਇਹਦਾ ਜਿਹੜਾ ਦੂਜਾ ਉੱਤਰ ਆ ਉਹ ਸਹੀ ਹੈ। ਅੱਗੇ ਹੈ, ਭਾਰਤ ਵਿੱਚ ਵਰਤਮਾਨ ਸਮੇਂ ਯੋਜਨਾ ਕਮਿਸ਼ਨ ਦੇ ਚੇਅਰਮੈਨ ਕੌਣ ਹਨ? ਪ੍ਰਧਾਨ ਮੰਤਰੀ ਹੁੰਦੇ ਆ ਬੇਟਾ। ਨਰਿੰਦਰ ਕੁਮਾਰ ਮੋਦੀ ਆਪਣੇ ਪ੍ਰਧਾਨ ਮੰਤਰੀ ਹੈ ਦੇਸ਼ ਦੇ, ਤੇ ਇਸ ਲਈ ਉਹ ਯੋਜਨਾ ਕਮਿਸ਼ਨ ਦੇ ਚੇਅਰਮੈਨ ਹੈ। ਠੀਕ ਹੈ, ਇਹਦੇ ਨਾਲ ਹੀ ਆਪਣਾ ਜਿਹੜਾ ਪੇਪਰ ਆ ਪੂਰੀ ਤਰ੍ਹਾਂ ਸੋਲਵ ਹੋ ਗਿਆ। ਤੇ ਤੁਸੀਂ ਬਾਕੀ ਅੱਗੇ ਸਾਇੰਸ ਹੈ, ਇਹ ਸਾਰਾ ਪੇਪਰ ਪੂਰੀ ਚੰਗੀ ਤਰ੍ਹਾਂ ਸੋਲਵ ਕਰਨਾ ਹੈ ਤੇ ਪੇਪਰ ਦੀ ਡਟ ਕੇ ਤਿਆਰੀ ਕਰਨੀ ਆ, ਸਫਲ ਹੋਣਾ ਹੈ। ਗਣਿਤ ਆ ਗਿਆ ਬੇਟਾ। ਠੀਕ ਹੈ, ਜਿਨ੍ਹਾਂ ਬੱਚਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਹ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓਜ਼ ਮਹੱਤਵਪੂਰਨ ਜੋ ਹਨ ਤੁਹਾਡੇ ਲਈ ਉਹ ਤੁਹਾਨੂੰ ਮਿਲਦੀਆਂ ਰਹਿਣ। ਸਭ ਦਾ ਧੰਨਵਾਦ।